बिस्मिल्लाहिर्रहमानिर्रहीम। मैं जी मुहम्मद सरफराज इस वेले 43 GD डिस्ट्रिक्ट ओकाड़ा ਦੇ ਵਿੱਚ ਚੌਧਰੀ ਅਬਰਾਰ ਸਿੰਘ ਨੰਬਰਦਾਰ ਸਾਹਿਬ ਦੇ ਕੋਲ ਆ। ਇਹਨਾਂ ਕੋਲੋਂ ਅਸੀਂ ਹੁਣ ਪੁੱਛਦੇ ਹਾਂ ਕਿ ਜਿਹੜੀ ਨਰਸਰੀ ਆ ਇਹਨੂੰ ਖੇਤ ਦੇ ਵਿੱਚ ਕਿਸ ਤਰ੍ਹਾਂ ਮੁੰਤਕਲ ਕਰਨਾ। ਅਬਰਾਰ ਸਾਹਿਬ ਸਲਾਮ ਅਲੈਕਮ ਜੀ। ਜੀ ਅਬਰਾਰ ਸਾਹਿਬ ਜ਼ਰਾ ਸਾਨੂੰ ਮੁਖਤਸਰ ਜਿਹਾ ਦੱਸੋ। ਪਨੀਰੀ ਤੇ ਅਸੀਂ ਅਗਾ ਲਈ ਜੀ, ਹੁਣ ਉਹਨੂੰ ਖੇਤ 'ਚ ਮੁੰਤਕਲ ਕਰਨਾ ਉਹ ਜਿਹੜਾ ਮਰਹਲਾ ਆ ਇਹ ਬੜਾ ਹੀ ਨਾਜ਼ੁਕ ਹੁੰਦਾ, ਅਸੀਂ ਲੋਕ ਇਹਦੇ 'ਤੇ ਤਵੱਜੋ ਨਹੀਂ ਦਿੰਦੇ, ਜ਼ਰਾ ਉਹਦੇ ਬਾਰੇ ਦੱਸੋ। ਠੀਕ ਹੈ ਜੀ, ਮੈਂ ਤੁਹਾਨੂੰ ਜਿਹੜੀਆਂ ਜ਼ਰੂਰੀ ਗੱਲਾਂ ਨੇ ਨਾ ਜੀ ਉਹ ਤੁਹਾਨੂੰ ਦੱਸ ਦੇਣਾ ਜੀ ਕਿ ਜਦੋਂ ਥੈਲੀ ਤੁਸੀਂ ਨਰਸਰੀ 'ਚੋਂ ਕਢਾ ਕੇ ਲਿਆਂਦੇ ਜੀ ਨਾ ਉਹ ਪਈ ਹੁੰਦੀ ਹੈ ਅਕਸਰ ਛਾਪਰ ਦੇ ਥੱਲੇ। ਹਾਂਜੀ, ਛਾਪਰ ਦੇ ਵਿੱਚ ਹੀਟ ਹੁੰਦੀ ਜ਼ਿਆਦਾ। ਹਾਂਜੀ, ਹੀਟ ਜਿਹੜੀ ਹੈਗੀ ਨਾ ਜੀ ਜਦੋਂ ਪੌਦਾ ਬਾਹਰ ਆਉਂਦਾ ਨਾ ਉਹਨੂੰ ਤੁਸੀਂ ਤਕਰੀਬਨ ਛਾਂ ਤੇ ਦਰਖਤ ਦੀ ਤੇ ਲਿਆਣ ਕੇ 2-3 ਦਿਨ ਰੱਖੋ। ਥੋੜਾ ਜਿਹਾ ਉੱਚੀ ਬੋਲਣਾ ਜੀ। 2-3 ਦਿਨ ਯਾਨੀ ਕਿ ਨਾ ਦਰਖਤ ਨੂੰ ਤੁਸੀਂ ਲਿਆਣ ਕੇ ਨਾ ਦਰਖਤ ਦੇ ਥੱਲੇ ਪਨੀਰੀ ਨੂੰ ਲਿਆਣ ਕੇ ਰੱਖਣਾ ਸਾਏ ਥੱਲੇ ਕਿ ਯਾਨੀ ਕਿ ਉਹ ਬਾਹਰਲਾ ਜਿਹੜਾ ਮੌਸਮ ਹੈ ਨਾਲ ਰਲ ਮਿਲ ਜਾਵੇ। ਅੱਛਾ ਜੀ। ਹਾਂਜੀ, ਤੇ ਅਗਰ ਤੇ ਗਰਮੀਆਂ 'ਚ ਲਈਏ ਤਾਂ ਗ੍ਰੀਨ ਸ਼ੀਟ ਦੇ ਥੱਲੇ ਹੁੰਦੀ ਹੈ, ਉਹਦੀ ਐਡੀ ਟੈਨਸ਼ਨ ਨਹੀਂ ਹੁੰਦੀ। ਜਿਹੜੀ ਮਾਰਚ ਅਪ੍ਰੈਲ ਦੇ ਵਿੱਚ ਲਾਈ ਜਾਂਦੀ ਹੈ ਜੀ ਉਹ ਟਨਲ 'ਚੋਂ ਕੱਢੀ ਹੁੰਦੀ ਆ, ਉਹ ਅੰਦਰ ਹੀਟ ਹੁੰਦੀ, ਬਾਹਰ ਮੌਸਮ ਠੰਡਾ ਹੁੰਦਾ। ਯਾਨੀ ਜਿਹੜੀ ਟਨਲ ਵਾਲੀ ਆ ਉਹਦੇ ਵਾਸਤੇ ਜ਼ਰੂਰੀ ਹੈ ਕਿ ਉਹਨੂੰ ਪਹਿਲਾਂ ਸਾਏ 'ਚ ਰੱਖੀ, 3 ਦਿਨ ਸਾਏ ਥੱਲੇ ਰੱਖੋ, ਬਾਹਰਲੇ ਮੌਸਮ ਦੇ ਨਾਲ ਜਿਹੜਾ ਐਡਜਸਟ ਹੋ ਜਾਏਗੀ ਉਹਨੂੰ ਫਿਰ ਤੁਸੀਂ ਯਾਨੀ ਕਿ ਜ਼ਮੀਨ ਦੇ ਵਿੱਚ ਸ਼ਿਫਟ ਕਰਨਾ ਹੈ। ਨਹੀਂ, ਸਾਏ ਥੱਲੇ ਰੱਖਣ ਵਾਸਤੇ ਉਹਨੂੰ ਕੋਈ ਰੱਖ ਕੇ ਕੋਈ ਪਾਣੀ ਤਾਣੀ ਤਾਂ ਨਹੀਂ ਲਾਣਾ? ਨਹੀਂ, ਫਿਲਹਾਲ ਤੁਸੀਂ ਉਹਨੂੰ ਕੋਈ ਪਾਣੀ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ। ਉਹਦੇ ਵਿੱਚ ਇਸ ਤਰ੍ਹਾਂ ਵਾ ਕਿ ਤੁਸੀਂ ਜਿਹੜਾ ਹੈਗਾ ਨਾ ਮਤਲਬ ਅਗਰ ਥੱਲੇ ਛਾਪਰ ਵਿਛਾਉਣਾ ਹੋਵੇ, ਹਾਂਜੀ, ਥੱਲੇ ਛਾਪਰ ਵਿਛਾ ਕੇ ਬਿਹਤਰ ਹੈ ਕਿ ਉੱਤੇ ਰੱਖੋ, ਕਿਉਂਕਿ ਬਾਰਿਸ਼ ਵਗੈਰਾ ਵੀ ਅਗਰ ਹੋ ਜਾਂਦੀ ਹੈ ਨਾ ਜੀ ਉਹਨੂੰ ਪਾਣੀ ਮਤਲਬ ਕੋਈ ਚੀਜ਼ ਖਰਾਬ ਨਾ ਕਰੇ ਜਾਂ ਉਹਦੀਆਂ ਜੜ੍ਹਾਂ ਥੱਲੇ ਨਾ ਲੱਗਣ। ਠੀਕ ਹੋ ਗਿਆ। ਠੀਕ ਹੈ, ਜ਼ਮੀਨ ਦੇ ਉਹਨੂੰ ਤੁਸੀਂ ਜਾਂ ਪੱਕੇ ਫਰਸ਼ ਤੇ ਰੱਖ ਦਿਓ, ਕਿਤੇ ਵੀ ਅਗਰ ਮਤਲਬ ਤੁਹਾਨੂੰ ਛਾਂ ਮਿਲ ਜਾਵੇ ਤੇ ਦਰਖਤ ਦੇ ਥੱਲੇ ਜ਼ਾਹਰ ਤੁਹਾਨੂੰ ਛਾਪਰ ਵੀ ਵਿਛਾਉਣਾ ਪੈਣਾ। ਹਾਂਜੀ, ਉਹਦੇ ਵਿੱਚ ਤਰੀਕਾਕਾਰ ਹੈ ਜੀ ਕਿ ਉਸ ਤੋਂ ਬਾਅਦ ਜਦੋਂ ਖੇਤ ਤੇ ਜਾਣੀ ਹੈ, ਮੇਰੇ ਕੋਲ ਥੈਲੀ ਪਈ ਹੈ ਜੀ। ਹਾਂਜੀ, ਇਹ ਤੁਹਾਨੂੰ ਮੈਂ ਦੱਸਦਾ ਜੀ। ਹਾਂਜੀ, ਇਹ ਥੈਲੀ ਇਸ ਤਰ੍ਹਾਂ ਆਣੀ ਹੈ। ਠੀਕ ਹੈ ਜੀ। ਜੀ, ਇਸ ਥੈਲੀ ਨੂੰ ਅਕਸਰ ਕੀ ਬੰਦੇ ਕਰਦੇ ਆ ਕਿ ਥੱਲਿਓਂ ਕੱਟ ਕੇ ਤੇ ਲਾ ਦਿੰਦੇ ਆ। ਅੱਛਾ ਜੀ। ਜਾਂ ਇਸ ਤਰ੍ਹਾਂ ਹੀ ਲਾ ਦਿੰਦੇ ਆ ਕਿ ਜੜ ਨੇ ਜੀ ਪੌਦੇ ਦੀ ਕਰ ਲੈਣਾ, ਉਹ ਲੇਕਿਨ ਦੇਖੋ ਜੀ ਉਹ ਤੁਹਾਡਾ ਪੌਦਾ ਨਹੀਂ ਤੁਰਨਾ। ਹਾਂਜੀ, ਜਦੋਂ ਤੁਹਾਡੇ ਮੂੰਹ ਤੇ ਛਾਪਰ ਹੀ ਚੜਾਇਆ ਤੁਸੀਂ ਖਾ ਖੋਲੇ ਲੈਣਾ। ਆਹੋ ਜੀ, ਸਾਹ ਹੀ ਬੰਦ ਹੋ ਜਾਂਦਾ। ਹਾਂਜੀ, ਇਹ ਛਾਪਰ ਥੱਲਿਓਂ ਵੀ ਤੁਸੀਂ ਕੱਟੋਗੇ ਤੇ ਪੌਦੇ ਦਾ ਜ਼ੋਰ ਲੱਗਣਾ ਇਹਨੂੰ ਪਾੜਨ ਵਾਸਤੇ, ਕਿਉਂਕਿ ਪੌਦਾ ਤਾਂ 4-5 ਇੰਚ ਦਾ ਪੌਦਾ ਤੁਸੀਂ ਲਾ ਰਹੇ ਹੋ। ਉੱਪਰ ਇਹਦੀਆਂ ਜੜ੍ਹਾਂ ਹੁੰਦੀਆਂ, ਜ਼ਿਆਦਾ ਜ਼ਮੀਨ 'ਚ ਨਹੀਂ ਜਾਂਦੀਆਂ। ਤਰੀਕਾ ਇਹ ਆ ਕਿ ਇਸ ਤਰ੍ਹਾਂ ਇਹਨੂੰ ਯਾਨੀ ਕਿ ਤੁਸੀਂ ਜ਼ਮੀਨ ਤੇ ਰੱਖ ਲੈਣਾ। ਹਾਂਜੀ, ਇੱਥੋਂ ਤੁਸੀਂ ਦੋ ਹੱਥਾਂ ਨਾਲ ਨੌ ਨਾ ਹਲਕਾ ਜਿਹਾ ਪਾੜੋ। ਜਦੋਂ ਤੁਸੀਂ ਪਾੜੋਗੇ ਦੇਖੋ ਹਾਂਜੀ ਇਹ ਥੈਲੀ ਜਿਹੜੀ ਹੈਗੀ ਨਾ ਇਹ ਪਾੜਦੀ ਚੁੱਕ ਕੇ ਫਿਰ ਪਾੜੋ ਚੁੱਕ ਕੇ। ਹਾਂਜੀ, ਇਹ ਦੇਖੋ ਜੀ ਪਾੜਦੀ ਜਾ ਰਹੀ ਨਾ ਜੀ। ਹਾਂਜੀ, ਇਹ ਮਤਲਬ ਹੁਣ ਤਾਂ ਸੁੱਕੀ ਮਿੱਟੀ ਹੈ ਨਾ ਤਾਂ ਫੈਲਣ ਡਈ, ਉਹ ਗਿੱਲੀ ਹੋਣੀ। ਇਸ ਤਰ੍ਹਾਂ ਤੁਸੀਂ ਇਹਨੂੰ ਪਾੜੋਗੇ। ਹਾਂਜੀ, ਤੇ ਜਦੋਂ ਇਹਨੂੰ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਤੁਹਾਡਾ ਸਾਰੀ ਗਾਚੀ ਜਿਹੜੀ ਥੈਲੀ ਚੋਂ ਬਾਹਰ ਆ ਗਈ। ਗਾਚੀ ਬਾਹਰ ਕੱਢ ਕੇ ਲਾਣੀ ਹੈ ਤੇ ਗਾਚੀ ਬਾਹਰ ਕੱਢ ਕੇ ਤੁਸੀਂ ਇਹਨੂੰ ਬਿਹਤਰੀਨ ਕਰਕੇ ਲਾਉਣਾ। ਹਾਂਜੀ, ਲੇਕਿਨ ਇਹਨੂੰ ਤੁਸੀਂ ਜਿਹੜਾ ਲਾਉਣਾ ਨਾ ਜੀ, ਹਾਂਜੀ, ਅਗਰ ਗਰਮੀਆਂ ਹੈਗੀਆਂ ਜੀ, ਹਾਂਜੀ, ਤੇ ਫਿਰ ਤੁਸੀਂ ਜਿਸ ਤਰ੍ਹਾਂ ਤਰਬੂਜ ਦੀ ਡੂੰਘੀ ਖੇਲ ਆਪਾਂ ਕੱਢਦੇ ਆ ਇੱਕ ਸਾਈਡ ਤੇ ਜਿਸ ਤਰ੍ਹਾਂ ਮੱਕੀ ਲੱਗਦੀ ਹੈ, ਹਾਂਜੀ, ਉਸ ਸਾਈਡ ਤੇ ਤੁਸੀਂ ਇਹਨੂੰ ਲਾਉਣਾ, ਲੇਕਿਨ ਥੋੜਾ ਜਿਹਾ ਦੂਰ ਲਾਣਾ ਕਿ ਪਾਣੀ ਟੱਚ ਨਾ ਹੋਵੇ, ਪਾਣੀ ਦੀ ਰੇਂਜ ਪਹੁੰਚੇ, ਪਾਣੀ ਡਾਇਰੈਕਟ ਨਾ ਲੱਗੇ, ਕਿਉਂਕਿ ਗਰਮੀਆਂ 'ਚ ਪਾਣੀ ਜ਼ਿਆਦਾ ਚਾਹੀਦਾ ਹੁੰਦਾ ਜੀ। ਇਸ ਤਰ੍ਹਾਂ ਲਾਉਣਾ। ਅਗਰ ਸਰਦੀਆਂ 'ਚ ਲਾਉਣਾ ਵਾ ਤਾਂ ਫਿਰ ਤੁਸੀਂ ਬੈੱਡ ਬਣਾ ਕੇ ਨਾ ਜੀ, ਹਾਂਜੀ, ਜਿਸ ਤਰ੍ਹਾਂ ਮੱਕੀ ਦੀ ਖੇਲ ਕੱਢੀ ਦੀ ਆ, ਹਾਂਜੀ, ਥੋੜੀ ਚੌੜੀ ਕਰ ਲਓ, ਉਹ ਉੱਤੇ ਸੈਂਟਰ ਦੇ ਵਿੱਚ ਵੀ ਤੁਸੀਂ ਲਾ ਸਕਦੇ ਹੋ, ਕਿਉਂਕਿ ਤੁਸੀਂ ਥੋੜਾ ਪਾਣੀ ਲਾਓਗੇ ਰੇਂਜ ਦੂਰ ਤੱਕ ਚੱਲ ਜਾਣੀ ਸਰਦੀ ਦੀ ਵਜ੍ਹਾ ਤੋਂ। ਠੀਕ ਹੈ ਜੀ। ਅਗਰ ਗਰਮੀਆਂ ਹੈਗੀਆਂ ਤਾਂ ਅਗਰ ਇਸ ਤਰ੍ਹਾਂ ਬੈੱਡ ਬਣਾ ਕੇ ਲਾਓਗੇ ਨਾ ਪੌਦੇ ਮਰਨ ਦੇ ਚਾਂਸਸ ਜ਼ਿਆਦਾ ਹੁੰਦੇ, ਕਿਉਂਕਿ ਤੁਸੀਂ ਪਾਣੀ ਲਾਉਂਦੇ ਜੋ ਰੇਂਜ ਪੌਦੇ ਤੱਕ ਨਹੀਂ ਪਹੁੰਚਦੀ ਕਿਉਂਕਿ ਗਰਮੀ ਦੀ ਵਜ੍ਹਾ ਤੋਂ ਉਹ ਪੌਦੇ ਜ਼ਿਆਦਾ ਜ਼ਾਇਆ ਹੁੰਦੇ ਆ, ਫਿਰ ਬਾਰ-ਬਾਰ ਨਾਂਗੇ ਲਾਉਣੇ ਪੈਂਦੇ ਆ। ਬਿਹਤਰ ਹੱਲ ਇਹ ਆ ਕਿ ਜਿਹੜਾ ਗਰਮੀਆਂ 'ਚ ਲੱਗਣਾ ਨਾ ਸਾਈਡ ਤੇ ਲੱਗੇ। ਉਸ ਤੋਂ ਬਾਅਦ ਸਾਡੀ ਤੁਸੀਂ ਇਹਦੀ ਫਰਮੈਸ਼ ਜਿਹੜੀ ਬਿਹਤਰੀਨ ਫਰਮੈਸ਼ ਹੈਗੀ ਨਾ ਜੀ, ਕੋਠੇ ਤੋਂ ਕੋਠੇ ਦਾ ਫਾਸਲਾ 8 ਫੁੱਟ ਜੀ, ਪੌਦੇ ਤੋਂ ਪੌਦੇ ਦਾ ਫਾਸਲਾ 6 ਫੁੱਟ। ਇਹਦੇ ਨਾਲ ਤਕਰੀਬਨ 924 ਪੌਦੇ ਤੁਹਾਡੇ ਖੇਤ 'ਚ ਲੱਗਣਗੇ। 8x6 8x6 ਤੇ। ਹਾਂਜੀ, ਖੇਲ ਤੋਂ ਖੇਲ ਦਾ ਫਾਸਲਾ 8 ਫੁੱਟ, ਪੌਦੇ ਤੋਂ ਪੌਦੇ ਦਾ ਫਾਸਲਾ 6 ਫੁੱਟ। ਠੀਕ ਹੈ। ਫਿਰ ਇਹ ਲਾਉਣਾ ਇਸ ਤਰ੍ਹਾਂ ਜੀ ਕਿ ਪਹਿਲੀ ਖੇਲ ਤੁਸੀਂ ਲਾਤੀ ਨਾ, ਮਤਲਬ ਇੱਕ ਪੌਦਾ ਸ਼ੁਰੂ 'ਚ ਲਾਇਆ, ਫਿਰ ਅਗਲਾ 6 ਫੁੱਟ ਤੇ, ਫਿਰ ਅਗਲਾ 6 ਫੁੱਟ ਤੇ। ਹਾਂਜੀ, ਇਸ ਤਰ੍ਹਾਂ ਲਾਈਨ ਚੱਲ ਰਹੀ। ਦੂਸਰੀ ਜਿਹੜੀ ਲਾਈਨ ਲਾਉਣੀ ਹੈ ਨਾ ਜੀ, ਉਹ ਪਹਿਲੇ ਤੁਸੀਂ 3 ਫੁੱਟ ਛੱਡ ਕੇ ਮਤਲਬ 3 ਫੁੱਟ ਛੱਡ ਕੇ ਲਾਉਣਾ। ਉਹਦਾ ਫਾਇਦਾ ਹੋਏਗਾ ਕਿ ਜਿਹੜੇ ਅਗਲਾ ਤੁਹਾਡਾ ਪਹਿਲਾ ਇੱਕ ਮਤਲਬ ਲੱਗਾ ਪੌਦਾ ਤੇ ਦੂਜਾ 6 ਫੁੱਟ ਤੇ ਲੱਗਾ ਨਾ ਜੀ, ਇਹ ਉਹਨਾਂ ਦੋ ਪੌਦਿਆਂ ਦੇ ਸੈਂਟਰ 'ਚ ਆਏਗਾ, ਕਿਉਂਕਿ 3 ਫੁੱਟ ਛੱਡ ਕੇ ਲਾਇਆ। ਅੱਛਾ ਜੀ। ਫਿਰ ਜਿਹੜਾ ਤੁਸੀਂ 3 ਫੁੱਟ ਛੱਡ ਕੇ ਲਾਇਆ ਉਹ ਤੋਂ ਗਾਂ 6-6 ਫੁੱਟ ਮਤਲਬ 6-6 ਫੁੱਟ ਤੇ ਲਾਓਗੇ ਨਾ, ਤੇ ਦੂਸਰੀ ਲਾਈਨ ਪਹਿਲੀ ਲਾਈਨ ਦੇ ਮੁਖਾਲਫ ਹੁੰਦੀ ਜਾਏਗੀ ਕਿ ਦੋ ਪੌਦਿਆਂ ਦੇ ਸੈਂਟਰ 'ਚ ਆਏਗਾ। ਇਹਦਾ ਫਾਇਦਾ ਇਸ ਤਰ੍ਹਾਂ ਹੋਏਗਾ ਕਿ ਜਦੋਂ ਤੁਸੀਂ ਮਤਲਬ ਵੀ ਧੁੱਪ ਨਿਕਲੇਗੀ ਉਹ ਪਹਿਲੀ ਖੇਲ ਦੀ ਛਾਂ ਦੂਜੀ ਤੇ ਨਹੀਂ ਪੈਗੀ, ਦੂਜੀ ਦੀ ਛਾਂ ਫਿਰ ਮਤਲਬ ਇਸ ਤਰ੍ਹਾਂ ਮਤਲਬ ਤੁਹਾਡਾ ਜਿਹੜਾ 8 ਫੁੱਟ ਨੇ 16 ਫੁੱਟ ਦਾ ਪੌਦੇ ਤੋਂ ਪੌਦਾ ਫਾਸਲਾ ਨਜ਼ਰ ਆਏਗਾ। ਮਤਲਬ ਪਹਿਲੀ ਖੇਲ ਜਿਸ ਤਰ੍ਹਾਂ ਲੱਗੀ ਦੂਜੀ ਉਹਦੇ ਮੁਖਾਲਫ ਲਾਉਣੀ, ਦੂਜੀ ਫਿਰ ਤੀਸਰੀ ਜਿਹੜੀ ਖੇਲ ਲੱਗਣੀ ਉਹ ਪਹਿਲੀ ਤਰ੍ਹਾਂ ਲੱਗਣੀ, ਚੌਥੀ ਫਿਰ ਦੂਸਰੀ ਤਰ੍ਹਾਂ ਲੱਗਣੀ। ਠੀਕ ਹੈ ਜੀ, ਆ ਗਈ ਸਮਝ ਜੀ। ਹਾਂਜੀ, ਇਹਦੇ ਵਿੱਚ ਫਿਰ ਟਰੈਕਟਰ ਵਗੈਰਾ ਤੇ ਨਹੀਂ ਚੱਲੇਗਾ? ਟਰੈਕਟਰ ਵਗੈਰਾ ਤੇ ਨਹੀਂ ਚੱਲਣਾ ਜੀ। ਅਗਰ ਟਰੈਕਟਰ ਚਲਾਉਣ ਵਾਸਤੇ ਫਿਰ ਤੁਹਾਨੂੰ ਤਕਰੀਬਨ 9-10 ਫੁੱਟ ਦਾ ਬੈੱਡ, ਫਿਰ ਪੌਦੇ ਘੱਟ ਹੋਣਗੇ, ਫਿਰ ਫਲ ਘੱਟ ਹੋਏਗਾ। ਪੌਦੇ ਘੱਟ ਹੋਣਗੇ, ਫਿਰ ਜਦੋਂ ਤੁਸੀਂ ਪੌਦੇ ਘੱਟ ਹੋਣਗੇ ਨਾ ਤੁਹਾਡੀ ਐਵਰੇਜ 'ਚ ਵੀ ਫਰਕ ਪੈਣਾ। ਬੰਦੇ ਕਹਿੰਦੇ ਆ ਜੀ ਕਿ ਅਗਰ ਤੁਸੀਂ ਬਿਰਲਾ ਲਾਓਗੇ ਤਾਂ ਫਰੂਟ ਮੋਟਾ ਹੋਏਗਾ,
ਮੋਟਾ ਜ਼ਰੂਰ ਹੁੰਦਾ ਲੇਕਿਨ ਜਿੰਨੇ ਘੱਟ ਨਹੀਂ ਪੌਦੇ ਜੀ, ਉਹਨੇ ਹੁਣ ਉਹ ਐਵਰੇਜ ਕੀ ਟੈਕਨੋਲੋਜੀ ਫੇਲ ਹੋ ਗਈ, ਹੁਣ ਤਾਂ ਤੁਸੀਂ ਹਜ਼ਾਰ ਪੌਦਾ ਹਜ਼ਾਰ ਬੇਸ਼ੱਕ ਬੂਟਾ ਕਿੱਲੇ ਅਮਰੂਦ ਚ ਦਾ ਲਾਉਣ ਲੱਗ 800 ਲਾ ਲਓ, 900 ਲਾ ਲਓ, 1000 ਲਾ ਲਓ, ਭਾਵੇਂ 1100 ਵੀ ਲਾ ਲਓ, ਪੌਦਾ ਅਗਰ ਜ਼ਿਆਦਾ ਵੀ ਲਾ ਬੈਠੇ ਜੇ ਨਾ ਹਾਂਜੀ। ਉਹਦੀ ਐਡਾ ਕੋਈ ਇਸ਼ੂ ਨਹੀਂ ਹੈਗਾ, ਲੇਕਿਨ ਉਹਨੂੰ ਖੁਰਾਕ 1100 ਪੌਦੇ ਦੀ ਦਿਓ। ਅਗਰ ਤੁਸੀਂ 800 ਪੌਦਾ ਲਾਇਆ ਉਹਦੀ ਤੁਸੀਂ ਖੁਰਾਕ ਜਿਹੜੀ ਦੇ ਰਹੇ ਜੇ, ਫਿਰ ਉਸੇ 'ਚ ਤੁਸੀਂ ਅਗਰ 1200 ਲਾਇਆ, 800 ਪੌਦੇ ਜਿੰਨੀ ਖੁਰਾਕ ਤੁਸੀਂ 1200 ਨੂੰ ਦੇ ਰਹੇ ਜੇ ਤੇ ਐਵਰੇਜ ਤੇ ਨਹੀਂ ਨਾ ਆਣੀ ਜੀ। ਆਹ ਬੜੀ ਫਿਰ ਤੁਸੀਂ ਕੰਮ ਦੀ ਗੱਲ ਕੀਤੀ ਹੈ। ਹਾਂਜੀ, ਅਗਰ ਤੁਸੀਂ 1.5 ਕਿੱਲੇ ਦੀ ਪਨੀਰੀ ਕਿੱਲੇ 'ਚ ਲਾਈ ਜੀ ਤੇ ਉਹਨੂੰ ਫਿਰ 1.5 ਕਿੱਲੇ ਦੀ ਖੁਰਾਕ ਦਿਓ। ਠੀਕ ਹੈ ਜੀ। ਹਾਂਜੀ, ਤੇ ਫਿਰ ਤੁਹਾਡਾ ਪੌਦਾ ਇਨਸ਼ਾਅੱਲਾ ਐਵਰੇਜ ਉਵੇਂ ਦੇਗਾ, ਕਿਉਂਕਿ ਹਵਾ ਮਿਲਦੀ ਹੈ, ਧੁੱਪ ਮਿਲਦੀ ਹਰ ਪੌਦੇ ਨੂੰ, ਅਗਰ ਸੰਘਣਾ ਵੀ ਥੋੜਾ ਬਹੁਤਾ ਲੱਗ ਜਾਵੇ ਤੇ। ਅਗਰ ਜਿਹੜੇ ਬੰਦੇ ਮੇਰੀ ਵੀਡੀਓ ਸੁਣ ਰਹੇ ਅਗਰ ਉਹ ਲਾ ਬੈਠੇ ਆ ਤਾਂ ਮਾਯੂਸ ਨਾ ਹੋਣ, ਉਹਨੂੰ ਖੁਰਾਕ ਵਧਾ ਦੇਣ ਪੌਦੇ ਦੇ ਹਿਸਾਬ ਨਾਲ, ਇਨਸ਼ਾਅੱਲਾ ਫਰੂਟ ਸਹੀ ਹੋ ਜਾਏਗਾ। ਚਲੋ ਜੀ। ਉਸ ਤੋਂ ਬਾਅਦ ਸਾਰੇ ਜਿਹੜੇ ਲਾਉਣ ਵਾਲੇ ਨਾ ਜੀ, ਇਹਨਾਂ ਨੂੰ ਬਿਲਕੁਲ ਇhtiyat ਕਰਨੀ ਚਾਹੀਦੀ ਕਿ ਅਗਰ ਪੌਦਾ ਮਤਲਬ ਮਰ ਗਿਆ ਹੈ ਜਾਂ ਕੋਈ ਗੱਲ ਬਣ ਗਈ, ਅਕਸਰ ਹੁੰਦੇ ਆ ਕਿ ਨੌਕਰ ਜਿਹੜੇ ਉਹ ਡਰਦੇ ਕਹਿੰਦੇ ਜੀ ਲਾਓ ਚੌਧਰੀ ਨੂੰ ਦਿਸਣਾ ਚਾਹੀਦਾ। ਉਹ ਚੌਧਰੀ ਦਾ ਨੁਕਸਾਨ ਹੈਗਾ, ਕਿਉਂਕਿ ਉਹ ਪੌਦਾ ਜਿਹੜਾ ਬਾਅਦ 'ਚ ਨਜ਼ਰ ਆਉਣਾ, ਡਬਲ ਮਿਹਨਤ ਹੋ ਜਾਣੀ। ਹਾਂਜੀ। ਇਹ ਮੁਖਲਸ ਹੋਣੇ ਬੰਦੇ ਚਾਹੀਦੇ ਜਿਹੜੇ ਲਾਉਣ, ਉਹ ਦੱਸਣਗੇ ਜੀ ਆ ਟੁੱਟ ਗਿਆ ਹੈਗਾ ਉਹਨੂੰ ਜ਼ਾਇਆ ਕਰ ਦੇਣ। ਜੀ ਬੰਦੇ ਵੀ ਮੁਖਲਸ ਹੋਣੇ ਚਾਹੀਦੇ ਆ। ਔਰ ਦੂਸਰਾ ਇਹ ਆ ਕਿ ਬਜ਼ੁਰਗ ਇਹ ਕਹਿੰਦੇ ਹੁੰਦੇ ਸੀ ਕਿ ਬਿਹਤਰੀਨ ਖਾਦ ਜ਼ਿਮੀਦਾਰ ਦੇ ਪੈਰ ਦੀ ਆਪਣੀ ਮਿੱਟੀ ਆ। ਬਿਲਕੁਲ ਜੀ। ਉਸ ਵੇਲੇ ਛਾਵੇਂ ਨਹੀਂ ਬਹਿਣਾ ਚਾਹੀਦਾ, ਆਪ ਵੀ ਨਾਲ ਹੋਣਾ ਚਾਹੀਦਾ। ਆਪ ਨਾਲ ਹੋਣਾ ਚਾਹੀਦਾ, ਬੇਸ਼ੱਕ ਨਿਗਰਾਨੀ ਕਰੋ, ਠੀਕ ਹੈ। ਔਰ ਬਿਹਤਰੀਨ ਸ਼ਿਫਟਿੰਗ ਜਿਹੜੀ ਹੈ ਨਾ ਜੀ, ਹਾਂਜੀ, ਉਹ ਤੁਸੀਂ ਸਵੇਰ ਠੰਡੇ ਜਿਸ ਤਰ੍ਹਾਂ ਸਪਰੇਅ ਦਾ ਟਾਈਮ ਹੁੰਦਾ ਜੀ 10-11 ਵਜੇ ਦਾ, ਪਹਿਲਾ ਟਾਈਮ ਤੇ ਸ਼ਾਮ ਦਾ ਫਿਰ ਟਾਈਮ, ਤੁਸੀਂ ਵਿੱਚ ਰੈਸਟ ਕਰ ਜੀ। ਦਿਓ 2-3 ਘੰਟੇ, ਫਿਰ ਅਸਰ ਤੋਂ ਪਹਿਲੇ ਥੋੜਾ ਜਿਹਾ ਸ਼ੁਰੂ ਹੋ ਜਾਓ ਜੀ। ਉਹਦਾ ਤਰੀਕਾਕਾਰ ਇਹ ਆ ਕਿ ਤੁਸੀਂ ਜਦੋਂ ਲਾ ਦੇਣਾ ਨਾ ਜੀ ਪੌਦਾ, ਹਾਂਜੀ, ਉਹਦੇ ਨਾਲ ਤੁਸੀਂ ਸ਼ਾਮ ਨੂੰ ਪਾਣੀ ਲਾ ਕੇ ਆਉਣਾ। ਠੀਕ। ਜਿਹੜਾ ਲਾ ਦੇਣਾ ਉਹਨੂੰ ਪਾਣੀ ਲਾਣਾ, ਲਾ ਦੇਣਾ ਉਹਨੂੰ ਪਾਣੀ ਲਾਣਾ। ਇਹ ਨਹੀਂ ਕਹਿਣਾ ਸਵੇਰੇ ਲਾ ਦੇਾਂਗੇ। ਹਾਂਜੀ। ਅਗਰ ਸਰਦੀਆਂ ਹੈਗੀਆਂ ਤਾਂ ਉਹਦਾ ਕੋਈ ਐਡਾ ਖਾਸ ਇਸ਼ੂ ਨਹੀਂ ਹੈਗਾ, ਅਗਰ ਗਰਮੀਆਂ ਤਾਂ ਪਾਣੀ ਲਾ ਕੇ ਆਉਣਾ। ਠੀਕ ਹੈ ਜੀ। ਉਹਦੇ ਵਿੱਚ ਇਹ ਆ ਕਿ ਤੁਸੀਂ ਪਾਣੀ ਸ਼ਾਮ ਨੂੰ ਲਾਉਣਾ ਜੀ। ਸ਼ਾਮ ਨੂੰ ਪਾਣੀ ਲਾਇਆ ਹੋਏਗਾ ਨਾ ਜਿਸ ਪੌਦੇ ਨੂੰ, ਉਹਦਾ ਤਰੀਕਾ ਇਹ ਹੋਣਾ ਕਿ ਤੁਸੀਂ ਰਾਤ ਜਦੋਂ ਪੌਦਾ ਤੁਹਾਡਾ ਜ਼ਮੀਨ ਦੇ ਵਿੱਚ ਐਡਜਸਟ ਹੋ ਗਿਆ, ਸਕੂਨ ਨਾਲ, ਰਾਤ ਠੰਡ ਹੁੰਦੀ ਹੈ, ਸਕੂਨ ਨਾਲ ਉਹ ਲੱਗ ਜਾਏ। ਅਗਰ ਤੁਸੀਂ ਸਵੇਰ ਪਾਣੀ ਲਾਇਆ, ਸਵੇਰ ਪੌਦਾ ਲਾਇਆ, ਪਾਣੀ ਲਾਇਆ, ਦੁਪਹਿਰ 12 ਵਜੇ ਪੌਦੇ ਨੂੰ ਇੱਕ ਵਾਰੀ ਤਾਂ ਉਹਨੇ ਬਿੱਲੀ ਬਸੂਰਤ ਹੋ ਜਾਣੀ, ਇੰਨੀ ਧੁੱਪ ਹੁੰਦੀ ਉਹਦੀ ਜੀ। ਉਹਦੇ ਵਿੱਚ ਥੋੜਾ ਜਿਹਾ ਮਸਲਾ ਬਣਦਾ ਕਿ ਤੁਸੀਂ ਸ਼ਾਮ ਨੂੰ ਲਾਓ। ਠੀਕ ਹੈ ਨਾ ਜੀ। ਪਾਣੀ ਲਾ ਕੇ ਆਉਣਾ। ਔਰ ਤਰੀਕਾਕਾਰ ਬਿਹਤਰੀਨ ਇਹ ਹੈ ਕਿ ਪਹਿਲੇ ਤੁਸੀਂ ਖੇੜੀਆਂ ਕੱਢ ਲਓ, ਖੇੜੀਆਂ ਕੱਢ ਕੇ ਉਹਨੂੰ ਤੁਸੀਂ ਨਿਸ਼ਾਨ ਲਾ ਕੇ ਟੋਏ ਮਾਰ ਲਓ। ਠੀਕ ਹੈ। ਟੋਏ ਇਸ ਤਰ੍ਹਾਂ ਮਾਨੇ ਕਿ 6 ਫੁੱਟ ਦੀ ਤੁਸੀਂ ਛੋਟੀ ਬਣਾ ਲਓ, 6 ਫੁੱਟ ਦੇ ਜਿਸ ਤਰ੍ਹਾਂ ਆਪਾਂ ਘੁਮਾਈ ਦੀ ਹੈ ਕਰਮ, ਉਹ ਕਰਮ ਘੁਮਾ ਕੇ ਮਾੜਾ ਮਾੜਾ ਨਿਸ਼ਾਨ ਲਾਈਓ, ਬੰਦੇ ਨੂੰ ਕਹੋ ਵੀ ਤੁਸੀਂ ਟੋਏ ਮਾਰੀ ਜਾਓ, ਆ ਬੋਕੀ ਨਲਕੇ ਵਾਲੀ ਲੈ ਜਾਓ, ਇਹਦੇ ਨਾਲ ਟੋਏ ਮਾਰੀ ਜਾਓ। ਔਰ ਅਗਰ 6 ਫੁੱਟ ਆ, 5.5, 6.25 ਵੀ ਹੋ ਜਾਵੇ, ਕੋਈ ਐਡਾ ਔਖਾ ਮਸਲਾ ਨਹੀਂ ਹੈਗਾ। ਲਓ ਜੀ ਕਿ 6 ਤੋਂ ਗਾਂਹ ਕਿਉਂ ਗਿਆ, ਪਿਛਾਂ ਕਿਉਂ ਆ ਗਿਆ, ਇਹ ਪੌਦਾ ਕਿਤੇ ਨਹੀਂ ਭੱਜਣ ਲੱਗਾ। ਅਗਰ 5.25 ਤੇ ਚਲਾ ਗਿਆ ਜਾਂ 6.5 ਤੇ ਚਲਾ ਗਿਆ, ਕੋਈ ਐਡਾ ਇਸ਼ੂ ਨਹੀਂ ਹੈਗਾ। ਫਿਰ ਇੱਕ ਤੁਸੀਂ ਜਦੋਂ ਖੇਲੀਆਂ ਟਰੈਕਟਰ ਨਾਲ ਕੱਢਣੀਆਂ ਨੇ, 2 ਬੰਦੇ ਲੈ ਲਓ, ਉਹਨਾਂ ਨੂੰ 2 ਸੋਟੀਆਂ ਫੜਾ ਦਿਓ। ਟਰੈਕਟਰ ਨਾਲ ਕੋਈ ਇੱਕ ਖੇਲ ਕੱਢ ਲਾ, ਇੱਕ ਖੇਲ ਉਹਨੇ ਕੱਢ ਲਈ, ਉਹਨੂੰ ਕਹੇ ਜੀ 8 ਫੁੱਟ ਤੇ ਨਾ ਤੁਸੀਂ ਮਿਣ ਕੇ ਫਿਰ ਸੋਟੀ ਖੜੀ ਕਰ ਦਿਓ, ਇੱਧਰਲਾ ਵੀ 8 ਫੁੱਟ ਤੇ ਖੜਾ ਹੋ ਜਾਵੇ, ਉੱਧਰਲਾ ਵੀ 8 ਫੁੱਟ ਤੇ ਖੜਾ ਹੋ ਜਾਵੇ। ਟਰੈਕਟਰ ਵਾਲੇ ਨੂੰ ਕਹੋ ਲਓ ਜੀ ਇਸ ਬੰਦੇ ਤੋਂ ਸਿੱਧਾ ਭਜਾਈ ਜਾ। ਉਹ 8-8 ਫੁੱਟ ਤੇ ਤੁਹਾਨੂੰ ਫੀਤਾ ਮਾਰਨ ਦੀ ਜ਼ਰੂਰਤ ਕੋਈ ਨਹੀਂ ਹੈਗੀ। ਇੱਕ 8 ਫੁੱਟ ਦੀ ਸੋਟੀ ਬਣਾ ਲਓ, 2 ਬੰਦਿਆਂ ਨੂੰ ਇੱਕ ਫੜਾ ਦਿਓ, ਉਹਨਾਂ ਨੂੰ ਕਹੋ ਜੀ ਇਸ ਤਰ੍ਹਾਂ ਮਿਣ ਕੇ ਉੱਤੇ ਸੋਟੀ ਖੜੀ ਕਰ ਦਿਓ, ਟਰੈਕਟਰ ਵਾਲਾ ਤੋਂ ਸਿੱਧਾ ਭੱਜਿਆ ਚਲੇਗਾ। ਅਗਰ 7.5 ਹੋ ਗਈ ਜਾਂ 8.5 ਹੋ ਗਈ, ਫਿਰ ਵੀ ਕੋਈ ਇਸ਼ੂ ਨਹੀਂ ਹੈਗਾ। ਤੁਸੀਂ ਇਸ ਚੀਜ਼ 'ਚ ਨਹੀਂ ਆਣਾ ਕਿ ਲਓ ਜੀ ਪੂਰੀ ਕਿਉਂ ਨਹੀਂ ਹੋਈ। ਮੇਰੇ ਕੋਲ ਬੰਦੇ ਕਈ ਅਕਸਰ ਪੁੱਛਦੇ ਆ ਜੀ ਲਓ ਜੀ ਸਾਡੀ ਤਾਂ ਮਤਲਬ ਵੀ 8.5 ਚਲੀ ਗਈ, ਸਿੱਧੀ ਨਹੀਂ ਹੋਣ ਡਈ। ਕੋਈ ਮਸਲਾ ਨਹੀਂ ਯਾਰ, ਜੇ ਸਿੱਧੀ ਨਹੀਂ ਹੋਣ ਡਈ, ਮਾੜੀ ਜੀ ਖੇਡ ਟੇਢੀ ਵੀ ਹੋ ਗਈ ਹੈ ਤਾਂ ਪੌਦੇ ਨੇ ਤੇ ਲੱਗ ਜਾਣਾ ਨਾ ਜੀ। ਇਹ ਚੀਜ਼ਾਂ ਨਹੀਂ ਇਸ਼ੂ ਹੈਗੀਆਂ। ਉਸ ਤੋਂ ਬਾਅਦ ਸਰ ਜੀ ਕਿ ਥੋੜੀ ਬਹੁਤੀ ਤੁਹਾਨੂੰ ਚੀਜ਼ਾਂ ਇਗਨੋਰ ਕਰਨੀਆਂ ਪੈਣੀਆਂ। ਠੀਕ ਆ, ਵਾਧਾ ਘਾਟਾ ਫਾਸਲਾ, ਪੌਦਾ ਅੱਗੇ ਪਿੱਛੇ ਕੋਈ ਮਸਲਾ ਨਹੀਂ। ਇਹ ਚੀਜ਼ਾਂ ਤੁਸੀਂ ਨਾ ਅਗਰ ਨੋਟ ਨਾ ਕਰੋਗੇ ਤਾਂ ਤੁਹਾਡੀ ਸਕੂਨ 'ਚ ਹੋ ਜਾਏਗਾ। ਉਸ ਤੋਂ ਬਾਅਦ ਸਰ ਜੀ ਪਾਣੀ ਜਿਹੜਾ ਤੁਸੀਂ ਲਾਉਣਾ ਉਹ ਲਾਜ਼ਮੀ ਲਾ ਕੇ ਆਉਣਾ। ਥੱਲੇ ਕੋਈ ਖਾਦ ਮੈਂ ਯੂਜ਼ ਨਹੀਂ ਕਰਦਾ। ਅੱਛਾ ਜੀ। ਕਿਉਂ ਨਹੀਂ ਕਰਦਾ? ਤੁਸੀਂ ਜੋ ਮਰਜ਼ੀ ਕਰੋ, ਹੁਣ ਜੋ ਸਾਨੂੰ ਦੱਸ ਰਹੇ ਉਹ ਦੱਸੋ। ਹਾਂ, ਉਹ ਮੈਂ ਤੁਹਾਨੂੰ ਦੱਸਣ ਇਸ ਤਰ੍ਹਾਂ ਜੀ ਕਿ ਬੰਦੇ ਕਹਿੰਦੇ ਆ ਜੀ ਕਿ ਥੱਲੇ DAP ਪਾ ਦਿਓ, ਇਹ ਪਾ ਦਿਓ, ਉਹ ਪਾ ਦਿਓ, ਬੜਾ ਕੁਝ ਕਹਿੰਦੇ ਆ। ਅੱਛਾ, ਜਦੋਂ ਮੁੰਤਕਲ ਕਰਨਾ ਖਾਦ ਦੀ ਲੋੜ ਨਹੀਂ, ਕੋਈ ਚੀਜ਼ ਨਹੀਂ ਪਾਉਂਦਾ ਜੀ। ਮੈਂ ਖੁਦ ਵੀ ਲਾਇਆ ਜੀ, ਕੋਈ ਚੀਜ਼ ਨਹੀਂ ਥੱਲੇ ਪਾਈ। ਉਹ ਇਸ ਤੋਂ ਨਹੀਂ ਪਾਈ ਕਿ ਤੁਸੀਂ 8 ਫੁੱਟ ਦਾ ਤਾਂ ਬੈੱਡ ਬਣਾਇਆ, ਪੌਦਾ ਲਾਇਆ ਇੱਕ ਇੱਥੇ ਤੇ ਇੱਕ 6 ਫੁੱਟ ਤੇ। ਇਹ ਬੈੱਡ ਪੂਰਾ 8 ਫੁੱਟ ਦਾ ਤੋੜ ਕਿੱਲੇ ਦੀ ਲਾਮ ਖਾਲੀ ਪਿਆ। ਉਹ DAP ਦੇ ਵਿੱਚ ਜਿਹੜੀ ਹੈਗੀ ਉਹ ਤਾਂ ਘਾਹ ਨੂੰ ਲੱਗਣੀ, ਬਾਰਿਸ਼ ਪੈਣੀ ਉਹ ਤਾਂ ਘਾਹ ਨਹੀਂ ਸੰਭਾਲਿਆ ਜਾਣਾ। ਮੈਂ ਸਿਰਫ ਇਹ ਜੀ ਕਿ ਪੌਦਾ ਲੱਗ ਗਿਆ, ਪਹਿਲਾ ਪਾਣੀ ਉਹਨੂੰ ਸਾਦਾ ਲਾਣਾ ਜੀ। 15 ਦਿਨ ਦੇ ਵਿੱਚ ਤੁਹਾਡੇ ਪੌਦੇ ਨੇ ਦੱਸ ਦੇਣਾ ਜੀ ਕਿ ਜਿੰਨੇ ਮਰਨਾ ਜਿੰਨੇ ਜੀਣਾ। ਜਿਹੜਾ ਤੁਰ ਗਿਆ ਉਹ ਤੁਰ ਗਿਆ, ਜਿਹੜਾ ਮਰ ਗਿਆ ਉਹ ਮਰ ਗਿਆ, ਉੱਥੇ ਨਾਗੇ ਲਾ ਦਿਓ। ਮੁੜ ਕੇ ਸਰ ਜੀ ਉਹਨੂੰ ਤੁਸੀਂ ਨਾਈਟ੍ਰੋਫਾਸ ਜਾਂ DAP ਜਿਹੜੀ ਨਾਲ ਸ਼ੁਰੂ ਕਰ ਦਿਓ। ਪਹਿਲੀ ਖੁਰਾਕ ਜਿਹੜੀ ਹੈਗੀ ਉਹ ਫਲੱਡ ਤੁਸੀਂ ਕਰੋਗੇ। ਇਹ ਕਦੋਂ ਸ਼ੁਰੂ ਕਰਨੀ ਹੈ? ਇਹ ਜੀ ਜਦੋਂ ਪੌਦਾ ਤੁਹਾਡਾ 10 ਤੋਂ 15 ਦਿਨ ਦਾ ਹੋ ਜਾਣਾ ਨਾ ਜੀ, ਉਸ ਤੋਂ ਬਾਅਦ ਤੁਸੀਂ ਉਹਨੂੰ ਖਾਦ ਕਰ ਦਿਓ ਸ਼ੁਰੂ। ਯੂਰੀਆ ਬਿਲਕੁਲ ਨਹੀਂ ਪਾਉਣੀ ਜੀ। ਅੱਛਾ ਜੀ। ਯੂਰੀਆ ਦੇ ਨੇੜੇ ਨਹੀਂ ਲਿਜਾਣੀ। ਯੂਰੀਆ ਨਹੀਂ ਇਸ ਪਿੰਡ ਲਿਆਣੀ ਜਿੱਥੇ ਪਪੀਤਾ ਲਾਇਆ ਜੀ। ਤਾਹਯਾਤ ਨਹੀਂ ਇਹਨੂੰ ਪਾਉਣੀ। ਨਾਈਟ੍ਰੋਫਾਸ ਪਾਓ, ਫਲੱਡ ਕਰ ਦਿਓ, ਖੋਰ ਕੇ ਡਰਮ ਦੇ ਵਿੱਚ ਜਿਸ ਤਰ੍ਹਾਂ ਕਰਦੇ ਆ, DAP ਕਰ ਦਿਓ। ਸਹੀ ਹੈ। ਇਹ ਪੌਦਾ ਜਦੋਂ ਤੁਹਾਡਾ ਕੋਈ ਮਤਲਬ 20-25 ਦਿਨ ਦਾ ਹੋ ਜਾਵੇ, ਨਾਲ ਹਲਕੀ ਫੁਲਕੀ ਯਾਨੀ ਕਿ ਮੁੜ ਕੇ ਇੱਕ ਪਾਣੀ ਤੇ ਜ਼ਿੰਕ ਪਾ ਦਿਓ, ਨਾਲ ਸਲਫਰ ਪਾ ਦਿਓ। ਠੀਕ ਆ। ਉਹ ਫਿਰ ਜਿਸ ਤਰ੍ਹਾਂ ਪੌਦਾ ਫਰੂਟਿੰਗ ਤੇ ਜਾਏਗਾ, ਫਿਰ ਮੈਗਨੀਸ਼ੀਅਮ, ਆਇਰਨ ਬੜਾ ਕੁਝ ਪੈਂਦਾ ਜੀ। ਨਾਲ ਅਮਾਈਨੋ ਐਸਿਡ ਜਿਹੜੇ ਆ ਉਹ ਵੀ ਦਿੰਦੇ ਰਹਿਣਾ। ਹਾਂਜੀ।
ਔਰ ਸਭ ਤੋਂ ਮੇਨ ਮਸਲਾ ਜਿਹੜਾ ਨਾ ਕਿ ਪਹਿਲਾ ਪਾਣੀ ਅਗਰ ਲਾਉਣ ਲੱਗੇ ਆ ਜਾਂ ਦੂਸਰਾ ਪਾਣੀ ਪਾਉਣ ਲੱਗੇ ਆ, ਘੱਟ ਤੋਂ ਘੱਟ 3 ਤੋਂ 4 ਕਿਲੋ ਨੀਲਾ ਥੋਥਾ ਜੀ, ਠੀਕ ਆ ਜੀ, ਉਹ ਤੁਸੀਂ ਪਾਣੀ 'ਚ ਖੋਰ ਕੇ ਫਲੱਡ ਕਰਨਾ ਜੀ, ਬੰਦੇ ਕਈ ਕਹਿਣਗੇ ਕਿ ਜੀ ਇਹ ਤਾਂ ਮਤਲਬ ਦੋਸਤ ਕੀੜੇ ਜਿਹੜੇ ਉਹਨਾਂ ਨੂੰ ਮਾਰ ਦਿੰਦਾ, ਜਿਹੜੇ ਗਲੋਏ ਹੁੰਦੇ ਆ ਨਾ ਜੀ ਉਹਨਾਂ ਨੂੰ ਇਹ ਮਾਰ ਦਿੰਦਾ ਹੈਗਾ, ਲੇਕਿਨ ਇਹ ਸਭ ਤੋਂ ਬਿਹਤਰੀਨ ਫੰਜੀਸਾਈਡ ਆ ਨੀਲਾ ਥੋਥਾ ਜਿਹੜਾ, ਠੀਕ ਹੈ, ਇਹਨੂੰ ਅਸੀਂ 3 ਤੋਂ 4 ਕਿਲੋ ਜੀ ਇੱਕ ਕਿਲੇ ਨੂੰ ਫਲੱਡ ਕਰਵਾਉਂਦੇ ਆ ਕਿ ਜਿੱਥੋਂ ਪਾਣੀ ਆਉਂਦਾ ਨਾ ਜੀ ਉੱਥੇ ਖੋਰ ਕੇ ਡਰਮ 'ਚ ਰੱਖ ਦੇਣਾ, ਉਹ ਨਾਲ ਨਾਲ ਹੁੰਦਾ ਰਹਿਣਾ। ਠੀਕ ਹੈ। ਅਗਰ ਤੁਸੀਂ ਇਹ ਨਹੀਂ ਕਰਨਾ ਤੇ ਇਲੀਅਟ ਪਾਊਡਰ ਜਿਹੜਾ ਹੈਗਾ ਨਾ ਜੀ, ਜੀ। ਇਲੀਅਟ ਪਾਊਡਰ 1 ਕਿਲੋ ਪੈਕਟ ਤੁਸੀਂ ਯਾਨੀ ਕਿ ਨਾ ਉਹ 1 ਕਿਲੇ ਨੂੰ ਫਲੱਡ ਕਰ ਦਿਓ ਜਾਂ ਠੀਕ ਅੱਧਾ ਹੈ। ਕਿਲੋ ਵੀ ਕਰ ਸਕਦੇ ਜੀ, ਲੇਕਿਨ ਅਗਰ ਪੌਦੇ ਛੋਟੇ ਆ, ਵੱਡੇ ਪੌਦੇ ਤੇ 1 ਕਿਲੋ ਕਰਨਾ ਪਏਗਾ। ਠੀਕ ਉਹ 1 ਕਿਲੋ ਆਉਣਾ ਜੀ 2200-2300 ਰੁਪਏ ਦਾ। ਠੀਕ ਹੈ। ਇਹ 3 ਕਿਲੋ ਨੀਲਾ ਥੋੜਾ ਤੁਹਾਡਾ ਤਕਰੀਬਨ 280 ਰੁਪਏ ਕਰਕੇ ਨਾ 3 ਕਿਲੋ 900 ਦਾ 1000 ਦਾ ਹੀ ਆ ਜਾਣਾ। ਠੀਕ ਹੈ। ਲੇਕਿਨ ਇਹਦਾ ਅਸਰ 3 ਮਹੀਨੇ ਰਹਿੰਦਾ ਜੀ। ਨੀਲੇ ਥੋਤੇ ਦਾ। ਨੀਲਾ ਥੋਥਾ ਇੱਕ ਵਾਰੀ ਫਲੱਡ ਕਰਤਾ ਤੇ 3 ਮਹੀਨੇ ਤੁਸੀਂ ਕੋਈ ਚੀਜ਼ ਫਲੱਡ ਨਹੀਂ ਕਰਨੀ। ਠੀਕ ਹੈ ਜੀ। ਮਤਲਬ ਇਲੀਅਟ ਹੋ ਗਿਆ ਜਾਂ ਨੀਲਾ ਥੋਥਾ ਫਿਰ ਨਹੀਂ ਕਰਨਾ। ਅਗਰ ਇਲੀਅਟ ਕੀਤਾ ਨਾ ਸਾਰੀ ਤੁਹਾਨੂੰ 20 ਤੋਂ 25 ਜਾਂ ਮਹੀਨੇ ਬਾਅਦ ਹੈ ਨਾ ਜੀ, ਤੇ ਤੁਹਾਨੂੰ ਦੁਬਾਰਾ ਫਲੱਡ ਕਰਨਾ ਪੈਣਾ। ਠੀਕ ਹੈ। ਉਸ ਤੋਂ ਬਾਅਦ ਜਦੋਂ ਪੌਦਾ ਤੁਹਾਡਾ ਜਿਹੜਾ ਜੀ ਇਹ ਵੱਡਾ ਹੋ ਗਿਆ, ਫਿਰ ਸਰ ਜੀ ਤੁਸੀਂ ਇਹਨੂੰ ਬੇਸ਼ੱਕ ਨੀਲਾ ਥੋਥਾ 3 ਮਹੀਨਿਆਂ ਬਾਅਦ ਫਲੱਡ ਕਰੋ। ਇਹਨੂੰ ਤੁਸੀਂ ਨਾ ਇਲੀਅਟ ਪਾਊਡਰ ਜਿਹੜਾ 250 ਗ੍ਰਾਮ ਇੱਕ ਚੀਜ਼ 'ਚ ਘੋਲ ਲੈਣਾ ਜੀ। ਉਹਨੂੰ ਤੁਸੀਂ ਮੁੜ ਕੇ ਟੈਂਕੀਆਂ ਸਪਰੇਅ ਵਾਲੀਆਂ ਬਣਾ ਲੈਣੀਆਂ, ਜਿਵੇਂ 100 ਲੀਟਰ ਪਾਣੀ ਲੈ ਲਓ, 100 ਲੀਟਰ ਪਾਣੀ ਦੀਆਂ 4 ਟੈਂਕੀਆਂ ਬਣ ਜਾਣਗੀਆਂ ਜਾਂ 5 ਬਣ ਜਾਣਗੀਆਂ। ਉਹਨੂੰ ਤੁਸੀਂ ਸਾਜੀ ਪੌਦੇ ਦੀਆਂ ਜੜ੍ਹਾਂ ਦੇ ਵਿੱਚ ਜਿਹੜਾ ਤਣਾ ਨਾ ਜੀ ਪੌਦੇ ਦਾ, ਉਹਦੇ ਨਾਲ ਡ੍ਰੀਚਿੰਗ ਕਰਨੀ ਹੈ ਕਿ ਪਾਣੀ ਤਣੇ ਦੇ ਨਾਲ ਲਾ ਕੇ ਉਹਦੀਆਂ ਜੜ੍ਹਾਂ 'ਚ ਜਾਵੇ। ਇਹ ਇਲੀਅਟ ਪਾਊਡਰ ਜਿਹੜਾ ਨਾ ਇਹਦਾ ਪਾਣੀ ਇਹ ਫੰਜੀਸਾਈਡ ਹੈ ਜੀ, ਔਰ ਇਹਨੂੰ ਫੰਗਸ ਤੋਂ ਬਚਾਏਗਾ। ਠੀਕ ਹੈ। ਠੀਕ ਹੈ। ਇਹ ਤੁਸੀਂ ਮਰਲਾ ਜਿਹੜਾ ਨਾ ਯਾਨੀ ਕਿ 15 ਤੋਂ 20 ਦਿਨ ਬਾਅਦ ਵੀ ਸ਼ੁਰੂ ਕਰ ਸਕਦੇ ਜੇ, ਕੋਈ ਇਸ਼ੂ ਨਹੀਂ, ਕਿਉਂਕਿ ਇਹ ਜਿੰਨਾ ਜਲਦੀ ਕਰੋਗੇ ਨਾ ਜੀ ਪੌਦਾ ਤੁਹਾਡਾ ਉਨਾ ਹੀ ਬਚੇਗਾ। ਠੀਕ ਹੈ। ਉਸ ਤੋਂ ਬਾਅਦ ਸਰ ਜੀ ਅੱਗੇ ਆ ਗਈਆਂ, ਯਾਨੀ ਕਿ ਤੁਸੀਂ ਅਗਰ ਤੁਹਾਡੇ ਮਤਲਬ ਪੌਦੇ ਜਿਹੜੇ ਹੈਗੇ ਗਰੋਥ ਕਰ ਗਏ ਆ, ਥੱਲਿਓਂ ਪੱਤੇ ਪੀਲੇ ਹੋਣ ਲੱਗ ਪਏ, ਇਹ ਤੁਹਾਡੀ ਪਾਣੀ ਦੀ ਜ਼ਿਆਦਤੀ ਵੀ ਹੋ ਸਕਦੀ ਹੈ, ਪਾਣੀ ਦੀ ਕਮੀ ਵੀ ਹੋ ਸਕਦੀ ਹੈ, ਔਰ ਖੁਰਾਕ ਦੀ ਕਮੀ ਵੀ ਹੋ ਸਕਦੀ ਹੈ। ਤੁਸੀਂ ਸਲਫਰ ਜਿਹੜਾ ਨਾ ਜੀ 1 ਕਿੱਲੇ ਨੂੰ 2 ਕਿਲੋ ਫਲੱਡ ਕਰ ਦਿਓ, ਤੁਹਾਡੇ ਜਿਹੜੇ ਪੱਤੇ ਪੀਲੇ ਹੈਗੇ ਨਾ ਜੀ ਉਹ ਇਨਸ਼ਾਅੱਲਾ ਖਤਮ ਹੋ ਜਾਣਗੇ। ਇਹ ਸਲਫਰ ਜਿਹੜਾ ਕਿੰਨੇ ਵਕਫੇ ਨਾਲ ਕਰਨਾ ਫਲੱਡ? ਇਹ ਤੁਸੀਂ ਸਾਰੀ ਇਸ ਤਰ੍ਹਾਂ ਕਰਨਾ ਕਿ ਇੱਕ ਵਾਰੀ ਮਤਲਬ ਤੁਸੀਂ ਖੁਰਾਕ ਪਾਈ ਨਾ ਤਕਰੀਬਨ 15 ਤੋਂ 20 ਦਿਨ ਬਾਅਦ ਯਾਨੀ ਕਿ ਨਾ ਇਹਨੂੰ ਖਾਦ ਦੇਣੀ ਹੈ। ਹਾਂਜੀ। 15 ਦਿਨਾਂ ਬਾਅਦ ਯਾਨੀ ਕਿ ਅਗਰ ਤੁਸੀਂ ਖਾਦ ਦਿੱਤੀ ਹੈ ਤੇ ਇੱਕ ਵਾਰ ਤੁਸੀਂ ਸਲਫਰ ਇਸਤੇਮਾਲ ਕਰ ਲਓ, ਫਿਰ 15 ਦਿਨਾਂ ਬਾਅਦ ਖਾਦ ਦੀ ਤੁਸੀਂ ਇਹਨੂੰ ਜ਼ਿੰਕ ਪਾ ਲਓ। ਸਲਫਰ ਤੇ ਜ਼ਿੰਕ ਇਕੱਠਾ ਨਹੀਂ ਇੱਕ ਡਰਮ 'ਚ ਤੁਸੀਂ ਫਲੱਡ ਕਰਕੇ ਇਹਨੂੰ ਮਤਲਬ ਪਾ ਕੇ ਪਿਲਾਓ। ਉਹਦਾ ਸਲਫਰ ਤੇ ਜ਼ਿੰਕ ਰਿਐਕਸ਼ਨ ਲੈਣਾ ਹੋ ਜਾਂਦਾ। ਠੀਕ ਹੋ ਗਿਆ। ਉਸ ਤੋਂ ਬਾਅਦ ਸਾਰੀ ਪੌਦਾ ਜਦੋਂ ਜਿੱਦਾਂ ਤੁਹਾਡਾ ਵੱਡਾ ਹੁੰਦਾ ਜਾਣਾ ਜੀ, ਉਸ ਤਰ੍ਹਾਂ ਹੀ ਮੁੜ ਕੇ ਤੁਹਾਡੀ ਜਿਹੜੀ ਹੈਗੀ ਨਾ ਜੀ ਉਹ ਖੁਰਾਕ ਵੱਧਦੀ ਜਾਣੀ। ਜੀ। ਉਸ ਤੋਂ ਬਾਅਦ ਅਗਰ ਤੁਸੀਂ ਇਹਨੂੰ ਖੁਰਾਕ ਫਲੱਡ ਨਹੀਂ ਕਰਨੀ, ਮਿਸਾਲ ਦੇ ਤੌਰ ਤੇ ਜੀ ਤੁਸੀਂ ਇੱਕ ਨਾਈਟ੍ਰੋਫਾਸ ਦੀ ਬੋਰੀ ਇੱਕ ਡਰਮ 'ਚ ਕੋਰ ਕੇ ਫਲੱਡ ਕਰਦੇ ਜੀ, ਅਗਰ ਤੁਸੀਂ ਉਹ ਖੁਰਾਕ ਜਿਹੜੀ ਕਹਿੰਦੇ ਕਿ ਸਾਡੀ ਬਚੇ, ਤੁਹਾਡਾ ਖਰਚਾ ਘੱਟ ਹੋਵੇ, ਉਹਦੇ ਵਾਸਤੇ ਫਿਰ ਮਿਹਨਤ ਜ਼ਿਆਦਾ ਕਰਨੀ ਪੈਣੀ, ਤੁਹਾਡਾ ਖਰਚਾ ਘੱਟ ਜਾਏਗਾ। ਮਿਹਨਤ ਇਸ ਤਰ੍ਹਾਂ ਜ਼ਿਆਦਾ ਕਰਨੀ ਪੈਣੀ ਹੈ ਜੀ, ਸਾਡੇ 2 ਤਰੀਕੇ ਆ ਜੀ। ਇੱਕ ਤਰੀਕਾ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਮੱਝਾਂ ਵਾਲਾ ਕੀਲਾ ਨਹੀਂ ਹੁੰਦਾ ਜੀ, ਮੱਝਾਂ ਵਾਲਾ ਕੀਲਾ ਜਿਹਨੂੰ ਮੱਝਾਂ ਦਾ ਮੱਝਾਂ ਬੰਨ੍ਹਦੇ, ਪੌਦੇ ਦੀ ਜਿੱਥੇ ਪੌਦਾ ਲੱਗਾ ਨਾ ਜੀ, ਇੱਕ ਤਕਰੀਬਨ ਗਿੱਠ ਛੱਡ ਕੇ ਉਹਨੂੰ ਸਾਈਡ ਤੇ ਟੇਢਾ ਇਹਦੇ ਥੱਲੇ ਯਾਨੀ ਕਿ ਜੜ੍ਹਾਂ ਤੋਂ ਥੱਲੇ ਜਾਵੇ, ਹਾਂਜੀ, ਠੋਕ ਦੇਣਾ, ਠੋਕ ਕੇ ਕੀਲਾ ਬਾਹਰ ਕੱਢ ਲੈਣਾ ਹਰ ਪੌਦੇ ਦੇ ਨਾਲ। ਹਾਂਜੀ। ਇੱਕ ਡਰਮ ਲੈ ਲੈਣਾ 100 ਲੀਟਰ ਵਾਲਾ ਪਾਣੀ, ਉਹਦੇ ਵਿੱਚ ਤੁਸੀਂ ਤਕਰੀਬਨ ਕੋਈ 10 ਕਿਲੋ ਨਾਈਟ੍ਰੋਫਾਸ ਖੋਰ ਲੈਣੀ ਹੈ, ਸਲਫਰ ਇਹ ਜੋ ਪਾਉਣਾ ਉਹਨੂੰ ਖੋਰ ਲੈਣਾ, ਖੋਰ ਕੇ ਸਪਰੇਅ ਵਾਲੀ ਮਸ਼ੀਨ ਭਰੋ, ਅੱਗੋਂ ਸ਼ਾਵਰ ਖੋਲ ਦਿਓ, ਉਹ ਬੰਦੇ ਨੂੰ ਕਹੋ ਜੀ ਇਹ ਟੋਇਆ ਭਰਦਾ ਤੁਰਿਆ ਜਾ। ਠੀਕ ਹੈ। ਉਹ ਪੌਦਾ ਜਿਹੜਾ ਹੈਗਾ ਨਾ ਜੀ ਉਹ ਖੁਰਾਕ ਪੌਦੇ ਦੇ ਥੱਲੇ ਚਲੇਗੀ, ਲੇਕਿਨ ਉਹ ਖੁਰਾਕ ਉਦੋਂ ਪਾਉਣੀ ਹੈ ਜਦੋਂ ਤੁਸੀਂ ਮਗਰੇ ਹੀ ਪਾਣੀ ਲਾ ਦੇਣਾ। ਠੀਕ ਹੈ। ਠੀਕ ਆ। ਇਸ ਟੋਏ ਦੇ ਵਿੱਚ ਪਾਣੀ ਨਾ ਪਵੇ, ਇਹ ਇਸ ਤਰ੍ਹਾਂ ਮਤਲਬ ਸਾਈਡ ਤੇ ਮਾਰਨਾ ਕਿ ਪਾਣੀ ਇਹਦੇ ਵੱਲ ਵਿੱਚੋਂ ਦੀ ਲੰਘ ਕੇ ਜਾਵੇ, ਇਹਦੇ ਵਿੱਚ ਨਾ ਪੈ ਜਾਵੇ ਟੋਏ ਦੇ ਸਾਈਡਾਂ ਤੋਂ ਲੰਘੇ, ਰੇਜ ਇਹਨੂੰ ਬਚਾਵੇ। ਰੇਜ ਇਹ ਜਿਹੜੀ ਖੁਰਾਕ ਤੁਸੀਂ ਦਿੱਤੀ ਹੈ ਨਾ ਜੀ, ਇਹ ਪਾਣੀ ਜਦੋਂ ਲੱਗੇ ਪਾਣੀ ਦੇ ਨਾਲ ਗਾਂ ਪੌਦੇ ਨੂੰ ਚਲੀ ਜਾਵੇ। ਉਹਦੇ ਵਿੱਚ ਇਹ ਕਿ ਤੁਹਾਡੀ 10 ਕਿਲੋ ਯਾਨੀ ਕਿ ਲੱਗੀ, ਕਿਤੇ 50 ਕਿਲੋ ਦੀ ਬੋਰੀ ਆ ਤਾਂ ਤੁਹਾਡੀ 10 ਕਿਲੋ ਲੱਗੀ ਆ ਬਸ। ਠੀਕ ਹੈ। ਦੂਸਰਾ ਤਰੀਕਾ ਇਹ ਹੈਗਾ ਜੀ ਕਿ ਤੁਸੀਂ ਜਿਹੜਾ ਪੌਦਾ ਹੈਗਾ ਨਾ ਜੀ, ਹਾਂਜੀ, ਇੱਕ ਛਾਪਰ ਲੈ ਲਓ, ਤੁਸੀਂ ਖਾਦਾਂ ਸਾਰੀਆਂ ਉਹਦੇ ਵਿੱਚ ਮਿਕਸ ਕਰ ਲਓ, ਹਾਂਜੀ, ਥੱਲੇ ਸੁੱਕੇ ਦੇ। ਇਸ ਤਰ੍ਹਾਂ ਇੱਕ ਮੁੱਠ ਭਰਨੀ ਹੈ ਜੀ, ਇਸ ਤਰ੍ਹਾਂ, ਹਾਂਜੀ, ਇੱਕ ਖਾਦ ਦੀ ਮੁੱਠ, ਜਿਹੜੀ ਕਿਰ ਜਵੇ ਖਾਦ ਕਿਰ ਜਵੇ, ਇਸ ਤਰ੍ਹਾਂ ਜਿਹੜੀ ਇੱਕ ਮੁੱਠ 'ਚ ਤੁਹਾਡੀ ਆ ਗਈ ਨਾ ਜੀ, ਪੌਦਾ ਜਿੱਥੇ ਹੈਗਾ ਜਿੱਧਰੋਂ ਪਾਣੀ ਲੱਗਣ ਡਿਆ ਉਹਨੂੰ ਤੁਸੀਂ ਥੋੜੀ ਜਿਹੀ ਉੱਥੋਂ ਗੋਡੀ ਕਰੋ, ਗੋਡੀ ਕਰਕੇ ਮਿੱਟੀ ਹਟਾ ਕੇ ਇਹ ਵਿੱਚ ਸਿੱਟ ਕੇ ਉੱਤੇ ਮਿੱਟੀ ਪਾ ਦਿਓ ਹਰ ਪੌਦੇ ਦੇ ਮੁੱਢ ਦੇ ਨਾਲ, ਯਾਨੀ ਕਿ ਪੌਦੇ ਤੋਂ ਤਕਰੀਬਨ ਇੱਕ ਗੇਟ ਛੱਡ ਕੇ ਜਿੱਥੋਂ ਉਹ ਜਦੋਂ ਉਹਦਾ ਹੱਲ ਹੋਏਗਾ ਫਿਰ ਤੁਸੀਂ ਸਾਦਾ ਪਾਣੀ ਲਾਓਗੇ, ਪਾਣੀ ਜਿਹੜਾ ਹੈਗਾ ਨਾ ਜੀ ਉਹ ਖਾਦ ਜਿਹੜੀ ਹੈਗੀ ਉਹ ਖੋਰ ਕੇ ਲੱਗੇਗੀ, ਜਿਹੜੀ ਪਈ ਰਹਿ ਗਈ ਉਹ ਮਿੱਟੀ ਦੇ ਥੱਲੇ ਪਈ ਰਹਿ ਕੇ ਦੂਜੇ ਪਾਣੀ ਤੇ ਵੀ ਨਾਲ ਲੱਗ ਜਾਏਗੀ। ਇਹ ਸਰ ਤਰੀਕੇਕਾਰ, ਇਹਦੇ ਨਾਲ ਤੁਹਾਡੀ 10 ਕਿਲੋ ਖਾਦ ਲੱਗੇਗੀ ਔਰ ਇੱਕ ਬੋਰੀ 5 ਵਾਰੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਜੇ ਤੁਸੀਂ ਫਲੱਡ ਕਰੋਗੇ ਤੇ ਇਹ ਸਰ ਤੁਸੀਂ ਇੱਕ ਬੋਰੀ ਤੁਹਾਨੂੰ ਇੱਕ ਵਾਰੀ ਪਾਉਣੀ ਪੈਣੀ ਹੈ, ਜਿਹੜੀ ਕੋਈ 2700-2800 ਰੁਪਏ ਦਾ ਇੱਕ ਵਾਰੀ ਦਾ ਖਰਚਾ ਹੈਗਾ। ਇਹ ਸਰ ਮੇਰਾ ਤਰੀਕਾਕਾਰ ਖਾਦਾਂ ਦਾ। ਅੱਛਾ ਜੀ। ਉਸ ਤੋਂ ਬਾਅਦ ਸਰ ਸਪਰੇਅ ਜਿਹੜੀ ਹੈਗੀ ਆ, ਤੁਸੀਂ ਇਲੀਅਟ ਪਾਊਡਰ ਜਿਹੜਾ ਨਾ ਜੀ ਹਰ 15 ਦਿਨ ਬਾਅਦ ਇਹਦੇ ਤੇ ਸਪਰੇਅ ਲਾਜ਼ਮੀ ਕਰਨਾ। ਠੀਕ ਹੈ। ਠੀਕ ਹੈ। ਜਦੋਂ ਪੌਦਾ ਤੁਹਾਡਾ ਥੋੜਾ ਜਿਹਾ ਮਤਲਬ ਵੀ 2.5-3 ਫੁੱਟ ਦਾ ਹੋ ਜਾਂਦਾ ਜੀ, ਇਹਦੇ ਉੱਤੇ ਤੁਸੀਂ ਵਾਈਟ ਫਲਾਈ ਦੀ ਸਪਰੇਅ ਜੀ ਹਰ 10 ਦਿਨ ਬਾਅਦ ਕਰਨੀ ਹੈ, ਲਾਜ਼ਮੀ ਕਰਨੀ ਹੈ। ਠੀਕ ਹੈ ਜੀ। ਠੀਕ ਹੈ ਜੀ। ਅਗਰ ਤੁਸੀਂ ਵਾਈਟ ਫਲਾਈ ਦੀ ਸਪਰੇਅ, ਇੱਕ ਹੁੰਦੀ ਫਰੂਟ
ਫਰੂਟ ਫਲਾਈ ਦਾ ਇਹਨੂੰ ਪੌਦੇ ਨੂੰ ਕੋਈ ਐਡਾ ਟੈਨਸ਼ਨ ਨਹੀਂ ਹੈਗੀ। ਉਹ ਤਾਂ ਇੱਕ ਹੁੰਦੀ ਵੈਸੇ ਫਰੂਟ ਵਾਸਤੇ, ਉਹਦਾ ਕੋਈ ਐਡਾ ਇਸ਼ੂ ਨਹੀਂ ਹੈਗਾ, ਨਾ ਹੀ ਉਹ ਇੰਨੀ ਪਪੀਤੇ ਤੇ ਆਂਦੀ ਹੈ। ਜਿਹੜੀ ਵਾਈਟ ਫਲਾਈ ਹੈ ਨਾ ਜੀ, ਉਹਦੀ ਸਪਰੇਅ ਕਰਨੀ ਹੈ। ਬੰਦੇ ਜਾਂਦੇ ਜੀ ਫਰੂਟ ਫਲਾਈ ਦੀ ਸਪਰੇਅ ਦੇ ਦਿਓ, ਤੁਸੀਂ ਫਰੂਟ ਫਲਾਈ ਦੀ ਕਰੀ ਜਾ ਰਹੇ ਜੇ, ਵਾਈਟ ਫਲਾਈ ਕਹਿ ਕੇ ਲਿਆਉਣੀ ਆ, ਸਫੈਦ ਮੱਖੀ ਦੀ ਸਪਰੇਅ। ਠੀਕ ਹੈ। ਉਹ ਮੁxtਲਿਫ ਕੰਪਨੀਆਂ ਹੈਗੀਆਂ ਜੀ, ਹੁਣ ਕਿਸੇ ਕੰਪਨੀ ਦਾ ਨਾਂ ਕੀ ਲੈਣਾ। ਹਾਂਜੀ। ਉਹ ਤੁਸੀਂ ਅੱਛੀ ਮਲਟੀਨੈਸ਼ਨਲ ਕੰਪਨੀ ਦੀ ਲੈ ਕੇ ਉਹਦੀ ਸਪਰੇਅ ਹਰ 10 ਦਿਨ ਬਾਅਦ ਕਰਨੀ ਆ, ਔਰ ਇਹ ਲਾਜ਼ਮੀ ਕਰਨੀ ਆ। ਉਹਦੀ ਵਜ੍ਹਾ ਤੋਂ ਹੀ ਫੰਗਸ ਵਾਇਰਸ ਆਂਦੀ ਆ, ਸਾਰੀਆਂ ਬਿਮਾਰੀਆਂ ਦੀ ਜੜ ਉਹ ਮੱਖੀ ਆ, ਕਿਉਂਕਿ ਉਹਨੇ ਹੀ ਗਾਂ ਟ੍ਰਾਂਸਫਰ ਕਰਨੀ। ਇੱਕ ਪੌਦੇ ਨੂੰ ਵਾਇਰਸ ਆ ਗਈ ਹੈ, ਜਿੱਦਾਂ ਵਾਇਰਸ ਸਾਰੇ ਖੱਤੇ 'ਚ ਫੈਲ ਜਾਂਦੀ, ਉਸ ਮੱਖੀ ਦੀ ਵਜ੍ਹਾ ਤੋਂ ਫੈਲਦੀ, ਉਹ ਡੰਗ ਮਾਰਦੀ, ਜਿੱਥੇ ਉਹਨੇ ਜਾ ਕੇ ਡੰਗ ਮਾਰਨਾ ਜਰਾਸੀਮ ਮੁੰਤਕਿਲ ਹੋ ਜਾਣੇ। ਵਾਈਟ ਫਲਾਈ ਦੀ ਸਪਰੇਅ ਨਹੀਂ ਭੁੱਲਣੀ। ਇਲੀਅਟ 15 ਦਿਨ ਬਾਅਦ ਨਹੀਂ ਭੁੱਲਣਾ। ਤੁਸੀਂ ਇਲੀਅਟ ਪਾਊਡਰ ਜਿਹੜਾ ਹੈਗਾ ਨਾ ਜੀ, 250 ਗ੍ਰਾਮ ਹਰ 15 ਦਿਨ ਬਾਅਦ ਸਪਰੇਅ ਕਰ ਦੇਣੀ। ਹਰ 15 ਦਿਨ ਬਾਅਦ ਤੁਸੀਂ ਉਹਦੇ ਪੌਦੇ ਦੀਆਂ ਜੜ੍ਹਾਂ 'ਚ ਪਾਉਣਾ। ਉਹਦਾ ਤਰੀਕਾਕਾਰ ਇਹ ਹੈ ਕਿ ਤੁਸੀਂ ਅਗਰ ਪਹਿਲੀ ਤਰੀਕ ਨੂੰ ਸਪਰੇਅ ਕੀਤੀ, 15 ਤਰੀਕ ਨੂੰ ਤੁਸੀਂ ਪੌਦੇ ਦੀਆਂ ਜੜ੍ਹਾਂ 'ਚ ਪਾ ਦਿਓ, ਤੇ 30 ਤਰੀਕ ਨੂੰ ਫੇਰ ਸਪਰੇਅ ਕਰ 30 ਤਰੀਕ ਨੂੰ ਫੇਰ ਸਪਰੇਅ ਕਰ ਦਿਓ। ਅਗਰ ਇਸ ਦੌਰਾਨ ਬਾਰਿਸ਼ ਹੋ ਜਾਂਦੀ ਹੈ, ਹਾਂਜੀ, ਬਾਰਿਸ਼ ਤੋਂ ਅਗਲੇ ਦਿਨ ਹੀ ਤੁਸੀਂ ਜੜ੍ਹਾਂ 'ਚ ਡ੍ਰੀਚਿੰਗ ਲਾਜ਼ਮੀ ਕਰਨੀ। ਠੀਕ ਹੈ। ਠੀਕ ਆ। ਅਗਰ ਮੌਸਮ ਦਾ ਅੱਗਾ ਪਿੱਛਾ ਹੋਣ ਡਿਆ ਤੇ ਜ਼ਰੂਰੀ ਹੈ ਕਿ 15 ਦਿਨ ਬਾਅਦ ਹੀ ਸਪਰੇਅ ਕਰਨੀ ਹੈ। ਤੁਸੀਂ 8 ਦਿਨ 10 ਦਿਨ ਬਾਅਦ ਵੀ ਕਰ ਸਕਦੇ। ਜੇ ਬਾਰਿਸ਼ਾਂ ਦਾ ਮੌਸਮ ਹੁੰਦਾ, ਨਮੀ ਜ਼ਿਆਦਾ ਹੁੰਦੀ, ਸਰਦੀਆਂ ਦੇ ਵਿੱਚ ਇਲੀਅਟ ਦੀ ਜਿਹੜੀ ਹੈ ਨਾ ਸਪਰੇਅ, ਉਹ 8 ਤੋਂ 10 ਦਿਨ ਤੇ ਕਰ ਦੇਣੀ ਚਾਹੀਦੀ ਹੈ, ਕਿਉਂਕਿ ਨਮੀ ਜ਼ਿਆਦਾ ਹੁੰਦੀ ਆ, ਉਹਦੀ ਵਜ੍ਹਾ ਤੋਂ ਇਹਨੂੰ ਜਿਹੜੀ ਹੈ ਨਾ ਜੀ ਝਲਸਾਉ ਦੀ ਬਿਮਾਰੀ ਵੀ ਆ ਜਾਂਦੀ ਹੈ। ਇਹ ਸਪਰੇਵਾਂ ਜਿਹੜੀਆਂ ਹੈਗੀਆਂ ਨੇ, ਇਹਦੀ ਕਮੀ ਕੁਤਾਈ ਨਹੀਂ ਕਰਨੀ ਚਾਹੀਦੀ। ਬਾਕੀ ਖਾਦ ਦੀ ਅੱਗੇ ਪਿੱਛੇ ਕੋਈ ਦਿਨ ਲੰਘ ਜਾਣ ਉਹ ਖੈਰ। ਵਾਈਟ ਫਲਾਈ ਬਹੁਤ ਬਿਮਾਰੀ ਜਿਹੜੀ ਹੈ ਨਾ ਉਹ ਡੇਂਜਰਸ ਹੈ। ਉਸ ਤੋਂ ਬਾਅਦ ਸਰ ਜੀ ਫਿਰ ਪੌਦਾ ਜਿਹੜਾ ਹੈਗਾ ਨਾ, ਇਹਨੂੰ ਤੁਸੀਂ ਗੋਡੀ ਕਰਨੀ ਹੈ। ਅਗਰ ਪੌਦਾ ਤੁਹਾਡਾ ਜਿਵੇਂ ਜਿਵੇਂ ਫਰੂਟ ਤੇ ਜਾਂਦਾ ਹੈ, ਜਦੋਂ 2.5-3 ਫੁੱਟ ਦਾ ਹੋ ਜਾਂਦਾ ਨੇ, ਇਹਨੂੰ ਹਲਕੀ ਹਲਕੀ ਮਿੱਟੀ ਲਾਉਣੀ ਸ਼ੁਰੂ ਕਰ ਦਿਓ। ਠੀਕ ਹੈ। ਠੀਕ ਆ। ਕਿਉਂਕਿ ਇਹਦੀਆਂ ਜੜ੍ਹਾਂ ਜਿਹੜੀਆਂ ਇਹਨਾਂ ਕਾਫੀ ਦੂਰ ਤੱਕ ਚੱਲ ਜਾਂਦੀਆਂ, ਜੋ 2-2.5 ਫੁੱਟ ਤੱਕ ਵੀ ਜਾਂਦੀਆਂ ਰਹਿੰਦੀਆਂ ਉੱਤੇ ਉੱਤੇ ਹੈ, ਲੇਕਿਨ ਖਿਲਰਦੀਆਂ ਬਹੁਤ ਹੈ। ਡੂੰਘੀ ਵੀ ਇੱਕ ਮੇਨ ਜੜ ਠਾਂ ਡੂੰਘੀ ਜਾਂਦੀ ਹੈ 2-2.5 ਫੁੱਟ ਤੱਕ। ਠੀਕ ਹੈ। ਤੁਸੀਂ ਇਹਨੂੰ ਹਲਕੀ ਹਲਕੀ ਇਹਦੀ ਬਣਾਈ ਸ਼ੁਰੂ ਕੀਤੀ ਜਾਣੀ। ਜਿਸ ਤਰ੍ਹਾਂ ਤੁਹਾਡਾ ਪੌਦਾ ਫਰੂਟਿੰਗ ਤੇ ਆ ਜਾਂਦਾ, ਤਕਰੀਬਨ ਕੋਈ 7-8 ਮਹੀਨੇ ਦਾ ਹੋ ਜਾਂਦਾ, ਉਦੋਂ ਘੱਟ ਤੋਂ ਘੱਟ ਤੁਹਾਨੂੰ ਤਕਰੀਬਨ ਕੋਈ 1.5 ਫੁੱਟ ਮਿੱਟੀ ਇਹਦੇ ਨਾਲ ਚੜਾ ਦੇਣੀ ਚਾਹੀਦੀ। ਠੀਕ ਹੈ। ਲੇਕਿਨ ਕੱਚੇ ਤਣੇ ਨੂੰ ਮਿੱਟੀ ਨਹੀਂ ਲੱਗਣੀ ਚਾਹੀਦੀ। ਮਿੱਟੀ ਸੁੱਕੀ ਲਾਉਣੀ ਹੈ। ਧੁੱਪੇ ਜਿਹੜੀ ਸੁੱਕੀ ਪਈ ਹੋਵੇ ਨਾ, ਜਿੱਦਾਂ ਜ਼ਮੀਨ ਤੁਹਾਡੀ ਸੜੀ ਪਈ ਆ, ਉਦੋਂ ਉਹਨਾਂ ਨੂੰ ਕਹਿਣਾ ਕਿ ਲੈ ਜੀ ਗੋਡੀ ਕਰਕੇ ਇਹਦੀ ਬਣਾਈ ਕਰ ਲਓ। ਸੁੱਕੀ ਮਿੱਟੀ ਇਹਨੂੰ ਲਾਉਣੀ ਹੈ ਤੇ ਫਿਰ ਉਹਨੂੰ ਪਾਣੀ ਨਹੀਂ ਲੱਗਣ ਦੇਣਾ, ਯਾਨੀ ਕਿ ਰੇਜ ਪਹੁੰਚੇ ਪੌਦੇ। ਬੜੀ ਪੁਆਇੰਟ ਦੀ ਗੱਲ ਹੈ, ਮਿੱਟੀ ਸੁੱਕੀ ਲਾਣੀ ਹੈ। ਮਿੱਟੀ ਸੁੱਕੀ ਹੈ, ਪੱਤਰ ਜਿਸ ਲਈ ਉਹ ਨਹੀਂ ਲਾਣੀ। ਹਾਂਜੀ। ਤਨਾ ਹਰਾ ਹੁੰਦਾ ਨਾ, ਕੱਚਾ ਹੁੰਦਾ, ਨਰਮ ਲੱਕੜੇ ਦੀ। ਅਗਰ ਤੁਸੀਂ ਗਿੱਲੀ ਮਿੱਟੀ ਲਾ ਦਿਓਗੇ, ਇਹਨੂੰ ਵਿੱਚ ਫੰਗਸ ਪੈ ਜਾਣੀ ਹੈ। ਠੀਕ ਹੈ ਜੀ। ਇਹਨੂੰ ਸਟਨ ਡੈਥ ਪੈ ਸਕਦਾ। ਜਦੋਂ ਸਟਨ ਡੈਥ ਹੋ ਗਿਆ ਜਾਂ ਫੰਗਸ ਪੈ ਗਈ ਜਾਂ ਉਹ ਤਨਾ ਗਲ ਗਿਆ, ਉਹ ਪੌਦਾ ਤੁਹਾਡਾ ਉੱਤੋਂ ਸਹੀ ਹੋਣਾ, ਲੇਕਿਨ ਉਹ ਯਕਦਮ ਡਿੱਗ ਪੈਣਾ, ਤੁਸੀਂ ਇਹਨੂੰ ਪਤਾ ਨਹੀਂ ਕੀ ਹੋਇਆ। ਉਹ ਵਜ੍ਹਾ ਬਣਦੀ ਗਿੱਲੀ ਮਿੱਟੀ। ਫਿਰ ਕਈ ਬੰਦੇ ਇੰਜ ਕਰਦੇ ਆ ਜੀ ਕਿ ਮਿੱਟੀ ਹੁਣ 1.5 ਫੁੱਟ ਚੜਾਤੀ ਹੈ, ਉਹਨੂੰ ਉੱਤੋਂ ਹੀ ਪਾਣੀ ਪਾਈ ਜਾਣਾ। ਡ੍ਰੀਚਿੰਗ ਜਿਸ ਤਰ੍ਹਾਂ ਮੈਂ ਦੱਸਿਆ, ਇਹਦੀ ਡ੍ਰੀਚਿੰਗ ਕਰਨੀ। ਉਹ 1.5 ਫੁੱਟ ਤੋਂ ਮਿੱਟੀ ਚੜਾਈ ਤੇ ਉੱਤੋਂ ਡ੍ਰੀਚਿੰਗ ਕਰੀ ਜਾਣਾ, 1.5 ਫੁੱਟ ਥੱਲੇ ਗਈ ਨਹੀਂ। ਉਹਦੇ ਵਾਸਤੇ ਫਿਰ ਤੁਹਾਨੂੰ ਇਹ ਆ ਕਿ ਤੁਸੀਂ ਇੱਕ ਸੁੰਬਾ ਨਮਾ ਬਣਾ ਲੈਣਾ। ਇੱਕ ਸਪੈਸ਼ਲ ਮਸ਼ੀਨ ਦੇ ਅੱਗੇ ਨਾ ਜਿਹੜਾ ਸੁੰਬਾ ਬਣ ਜਾਣਾ ਪੈਪ ਦਾ। ਠੀਕ ਆ। ਉਹ ਤੁਸੀਂ ਲੈ ਲੈਣਾ ਤੇ ਉਹਨੂੰ ਤੁਸੀਂ ਨਾ ਇਸ ਤਰ੍ਹਾਂ ਯਾਨੀ ਕਿ ਪੌਦੇ ਦੀ ਜੜ ਜਿੱਥੇ ਹੋਣੀ ਹੈ, ਉਹਦੇ ਵਿੱਚ ਇੰਝ ਖਭੋ ਕੇ ਤਾਂ ਫਿਰ ਪੰਪ ਮਾਰਨੇ ਸਪਰੇਅ ਦੇ, ਕਿ ਪੌਦੇ ਦੀਆਂ ਜੜ੍ਹਾਂ ਦੇ ਵਿੱਚ ਇਲੀਅਟ ਦਾ ਪਾਣੀ ਜਾਵੇ। ਫਿਰ ਉੱਤੋਂ ਨਹੀਂ ਪਾਉਣਾ, ਉਹਦੀਆਂ ਜੜ੍ਹਾਂ 'ਚ ਦਵਾਈ ਜਾਣੀ ਆ। ਮੈਂ ਇੱਕ ਬੰਦਾ ਦੇਖਿਆ, ਕਹਿੰਦਾ ਜੀ ਕਿ ਮੈਂ ਦੇਖਿਆ ਉਹਦਾ ਬਾਗ ਫੰਗਸ ਨਾਲ ਤੇ ਸਾਰਾ ਤਬਾਹ ਬਰਬਾਦ ਹੋਇਆ ਪਿਆ। ਮੈਂ ਕਿਹਾ ਯਾਰ ਕਿਵੇਂ ਕਰਦਾ? ਕਹਿੰਦਾ ਮੈਂ ਡ੍ਰੀਚਿੰਗ ਬਹੁਤ ਕੀਤੀ ਹੈ ਜੀ। ਮੈਂ ਕਿਹਾ ਕਿਸ ਤਰ੍ਹਾਂ ਕੀਤੀ? ਕਹਿੰਦਾ ਜੀ ਮੈਂ ਉੱਤੋਂ ਪਾਣੀ ਪਾਉਂਦਾ ਰਿਹਾ। ਮੈਂ ਕਿਹਾ ਯਾਰ ਦੇਖ, ਤਕਰੀਬਨ 2 ਫੁੱਟ ਤੋਂ ਮਿੱਟੀ ਚੜਾਈ ਹੈ, ਪਾਣੀ 2 ਫੁੱਟ ਉੱਤੋਂ ਤੋਂ ਪਾਉਣ ਡਿਆ ਹੈਗਾ, ਜੜ੍ਹਾਂ ਦੇ ਦੀਆਂ 2 ਫੁੱਟ ਥੱਲੇ ਪਈਆਂ, ਤੇ ਇਹ ਤੈਨੂੰ ਕੀ ਫਾਇਦਾ? ਇਹਦਾ ਕੋਈ ਫਾਇਦਾ ਨਹੀਂ ਹੋਇਆ, ਤਾਂ ਹੀ ਇਹ ਬਿਮਾਰੀ ਰੁਕੀ ਨਹੀਂ। ਬੰਦੇ ਕਹਿੰਦੇ ਜਦੋਂ ਜੀ ਦਵਾਈ ਹਰ ਹਫਤੇ ਕਰੀਦੀ ਹੈ, 15 ਦਿਨ ਬਾਅਦ ਕਰੀਦੀ, ਅਸਰ ਨਹੀਂ ਕਰਦੀ। ਤਰੀਕਾ ਨਹੀਂ ਹੈਗਾ। ਮੈਨੇਜਮੈਂਟ ਜਿਹੜੀ ਹੈਗੀ ਉਹ ਗਲਤ ਹੁੰਦੀ। ਖਰਚਾ ਕਰਦੇ ਆ ਲੇਕਿਨ ਤਰੀਕੇ ਨਾਲ ਨਹੀਂ ਕਰਦੇ, ਬਗੈਰ ਤਰੀਕੇ ਤੋਂ ਕਰਦੇ। ਉਹਦੀਆਂ ਜੜ੍ਹਾਂ 'ਚ ਦਵਾਣੀ ਜਾਣੀ ਚਾਹੀਦੀ ਆ। ਤੁਸੀਂ ਦਵਾਈ ਵਾਲਾ ਪਾਣੀ ਉਹਦੀਆਂ ਜੜ੍ਹਾਂ 'ਚ ਪਾਓ, ਉਹ ਤੁਹਾਡੀ ਇਨਸ਼ਾਅੱਲਾ ਅਸਰ ਕਰੇਗਾ। ਹਰ ਬਾਰਿਸ਼ ਤੋਂ ਬਾਅਦ ਲਾਜ਼ਮੀ ਤੁਸੀਂ ਡ੍ਰੀਚਿੰਗ ਕਰਨੀ ਜੀ। ਠੀਕ ਹੋ ਗਿਆ। ਹਾਂਜੀ ਭਾਲ ਵੇ ਜੀ, ਠੀਕ ਹੋ ਗਿਆ। ਤੁਸੀਂ ਇਹ ਤਫਸੀਲ ਦੇ ਨਾਲ ਦੱਸਿਆ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਖਾਦ ਦੱਸਦੀ, ਤੁਸੀਂ ਸਪਰੇਅ ਦੱਸ ਦਿੱਤੀ, ਤੁਸੀਂ ਮੁੰਤਕਲੀ ਦੱਸ ਦਿੱਤੀ, ਤੇ ਅੱਲਾਹ ਤਾਲਾ ਜਿਹੜੇ ਲਾਣ ਭਾਈ ਉਹਨਾਂ ਦੇ ਬਰਕਤ ਪਾਵੇ। ਤੇ ਹੁਣ ਮੈਂ ਉਮੀਦ ਕਰਦਾ ਜਿਹੜੇ ਤੁਹਾਨੂੰ ਟੈਲੀਫੋਨ ਕਰਨਗੇ ਉਹਨਾਂ ਨੂੰ ਵੀ ਰਹਿਨਮਾਈ ਕਰੋਗੇ। ਇਨਸ਼ਾਅੱਲਾ ਜ਼ਰੂਰ ਰਹਿਨਮਾਈ ਕਰਾਂਗਾ, ਔਰ ਫ੍ਰੀ ਹੈ ਜੀ। ਮੈਂ ਨੰਬਰ ਆਪ ਦੇ ਦਿੰਦਾ ਜੀ, ਜੈਜ਼ ਦਾ ਨੰਬਰ ਵੀ, ਟੈਲੀਨੌਰ ਦਾ ਨੰਬਰ ਵੀ 0304 14 21 743, ਯਾਨੀ 0304 14 21 743। ਇਹ ਜੈਜ਼ ਦਾ ਨੰਬਰ ਹੈ ਜੀ। 0345 ਨੰਬਰ ਸੇਮ ਹੀ ਆ ਕੇ 14 21 743, ਯਾਨੀ 0345 14 21 743। ਇਹ ਟੈਲੀਨੌਰ ਦਾ ਨੰਬਰ ਆ ਜੀ। ਇਹਦੇ ਉੱਤੇ ਮੇਰਾ WhatsApp ਵੀ ਬਣਿਆ ਹੈਗਾ,
ਠੀਕ ਆ। ਕੋਈ WhatsApp ਤੇ ਅਗਰ ਕਿਸੇ ਮਤਲਬ ਵੀ ਫਾਰਮਰ ਦੇ ਕੋਈ ਮਸਲਾ ਆ ਰਿਹਾ, WhatsApp ਤੁਹਾਨੂੰ ਕਰ ਦਿਆ ਕਰਾਂ, ਪਿਕਚਰ ਕਰਕੇ ਮੈਨੂੰ ਵਾਇਸ ਭੇਜ ਦਿਓ, ਪਿਕਚਰ ਸੈਂਡ ਕਰ ਦਿਓ, ਇਨਸ਼ਾਅੱਲਾ ਚੌਧਰੀ ਸਾਹਿਬ ਬਹੁਤ ਬਹੁਤ ਸ਼ੁਕਰੀਆ। ਬਸ ਇੱਕ ਨਾਰਾ ਮਾਰ ਦਿਓ, ਪਾਕਿਸਤਾਨ ਜ਼ਿੰਦਾਬਾਦ।